ਅੱਗੇ ਲੈ ਲਾ। ਸਮੂਹ ਨਗਰ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਾ ਵੜਿੰਗ ਤੁਹਾਡਾ MLA ਔਰ ਮੇਰੇ ਨਾਲ ਸਾਡੇ SDM ਸਾਹਿਬ ਓਮ ਪ੍ਰਕਾਸ਼ ਜੀ, ਸਾਡੇ ਬਹੁਤ ਹੀ ਸਤਿਕਾਰਯੋਗ DSP ਨਰਿੰਦਰ ਜੀ, SHO ਸਾਡੇ ਨਵਪ੍ਰੀਤ ਸਿੰਘ ਜੀ ਕੋਟ ਭਾਈ ਤੋਂ, ਤੇ ਸਾਡੇ ਸਰਪੰਚ ਸਰਦਾਰ ਸੁਖਦੇਵ ਸਿੰਘ ਜੀ। ਮੈਂ ਸਾਰੇ ਪ੍ਰਸ਼ਾਸਨ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਤੇ ਆਪ ਦੇ ਵੱਲੋਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਹ ਜਿਹੜੀ ਮਹਾਮਾਰੀ ਹੈ ਬੜੀ ਭਿਆਨਕ ਹੈ ਤੇ ਖਤਰਨਾਕ ਹੈ, ਲੇਕਿਨ ਇਹਦੇ ਨਾਲ ਲੜਾਈ ਲੜੀ ਜਾ ਸਕਦੀ ਹੈ। ਪਰ ਅਗਰ ਤੁਸੀਂ ਸਾਰਿਆਂ ਨੇ ਪ੍ਰਸ਼ਾਸਨ ਦਾ ਸਾਡਾ ਸਾਥ ਦਿੱਤਾ, ਸਰਪੰਚ ਸਾਹਿਬ ਦਾ, ਅਸੀਂ ਇਹ ਲੜਾਈ ਜਿੱਤ ਲਵਾਂਗੇ। ਪਰ ਅਗਰ ਪਿੰਡ ਦੇ ਨਗਰ ਨਿਵਾਸੀਆਂ ਨੇ ਸਾਥ ਨਾ ਦਿੱਤਾ ਤਾਂ ਫਿਰ ਇਹ ਲੜਾਈ ਜਿੱਤਣੀ ਮੁਸ਼ਕਲ ਹੋ ਜਾਊਗੀ। ਸੋ ਤੁਹਾਡੇ ਪਿੰਡ ਦੇ ਵਿੱਚ ਕਾਫੀ ਕੇਸ ਆ ਗਏ ਸਨ, ਲੇਕਿਨ ਹੁਣ ਜਿਹੜਾ ਦੁਬਾਰੇ ਸੈਂਪਲਿੰਗ ਹੋਈ ਹੈ 200 ਬੰਦੇ ਦੀ, 250 ਦੀ, ਉਹਦੇ ਵਿੱਚੋਂ ਕੇਵਲ 8 ਹੀ ਬੰਦੇ ਆਏ ਹੈ। ਇਹਦਾ ਮਤਲਬ ਇਹ ਨਹੀਂ ਕਿ ਬਿਮਾਰੀ ਖਤਮ ਹੋ ਗਈ ਹੈ। ਤੇ ਜਿਹੜਾ ਤੁਸੀਂ 3-4 ਦਿਨਾਂ ਦਾ ਘਰਾਂ ਦੇ ਵਿੱਚ ਬੈਠੇ ਹੋ, ਇਹ ਇਸ ਕਰਕੇ ਬਿਮਾਰੀ ਤੇ ਰੋਕਥਾਮ ਲੱਗ ਗਈ ਹੈ। ਸੋ ਮੇਰੀ ਆਪ ਸਭ ਦੇ ਹੱਥ ਜੋੜ ਕੇ ਸਿਮਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ ਆਪਦੇ ਘਰਾਂ 'ਚ ਰਹੋ, ਕਿਰਪਾ ਕਰਕੇ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਕਿਸੇ ਨੂੰ ਨਾ ਮਿਲੋ, ਮੂੰਹ ਨੂੰ ਢੱਕ ਕੇ ਰੱਖੋ। ਤੇ ਜਿਹੜੇ ਬੰਦਿਆਂ ਨੂੰ ਕਰੋਨਾ ਹੋਇਆ ਹੋਇਆ ਉਹ ਨਿਰੰਤਰ ਪ੍ਰਸ਼ਾਸਨ ਦੇ ਤੇ ਸਰਪੰਚ ਸਾਹਿਬ ਦੇ ਸੰਪਰਕ ਵਿੱਚ ਰਹੋ। ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਬੇਸ਼ੱਕ ਕਿਸੇ ਨੂੰ ਦਵਾਈ ਦੀ, ਬੇਸ਼ੱਕ ਕਿਸੇ ਨੂੰ ਮਾਸਕ ਦੀ, ਬੇਸ਼ੱਕ ਕਿਸੇ ਨੂੰ ਆਕਸੀਜਨ ਦੀ, ਬੇਸ਼ੱਕ ਕਿਸੇ ਨੂੰ ਹਸਪਤਾਲ ਲੈ ਕੇ ਜਾਣਾ ਪਊ, ਸਰਪੰਚ ਸਾਹਿਬ ਤੇ ਪ੍ਰਸ਼ਾਸਨ ਤੇ ਅਸੀਂ ਆਪੇ ਐਂਬੂਲੈਂਸ ਲੈ ਕੇ ਤੁਹਾਨੂੰ ਹਸਪਤਾਲ ਲੈ ਕੇ ਜਾਵਾਂਗੇ। ਆ ਨੌਜਵਾਨ ਮੁੰਡਾ ਖੜਾ ਹੱਸੀ ਜਾਂਦਾ ਹੈ, ਮੂੰਹ ਤੇ ਮਾਸਕ ਲਾ ਲਾ। ਛੋਟੇ ਵੀਰ ਅੱਜ ਕੱਲ ਜਾ ਹੀ 35-35 ਸਾਲਾਂ ਵਾਲੇ ਰਹੇ ਹੈ। 32 ਤੋਂ 35 ਸਾਲਾਂ ਵਾਲੇ ਲੋਕ ਜ਼ਿਆਦਾ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹੈ। ਔਰ ਜਿਹੜੇ ਡਰਦੇ ਆ ਉਹ ਬਚ ਜਾਂਦੇ ਆ, ਜਿਹੜੇ ਡਰਦੇ ਨਹੀਂ ਉਹ ਬਚਦੇ ਨਹੀਂ ਗੇ। ਆ ਮੇਰਾ ਦੋਸਤ ਸੀਗਾ 46 ਸਾਲਾਂ ਦਾ ਮੈਂਬਰ ਆਫ ਪਾਰਲੀਮੈਂਟ, ਜੀ ਸਤਿ ਸ਼੍ਰੀ ਅਕਾਲ, ਉਹਦੀ ਮੌਤ ਹੋ ਗਈ ਹੈ ਕੱਲ ਪਰਸੋਂ। ਮੌਜੂਦਾ MP ਦੀ, ਵੱਡੇ ਵੱਡੇ ਲੋਕ ਮਰ ਰਹੇ ਹੈ। ਸੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਭੁੰਦਰ ਪਿੰਡ ਵਾਲਿਓ। ਬੇਸ਼ੱਕ ਕਿਸੇ ਦਾ ਕਿਸੇ ਨੂੰ ਲੈ ਕੇ ਜਾਣਾ ਪਵੇ, ਜੇ ਕੋਈ ਗਰੀਬ ਹੈ, ਦਿਹਾੜੀਦਾਰ ਹੈ, ਚਾਹੇ ਕੋਈ ਜ਼ਿਮੀਂਦਾਰ ਹੈ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਦਾ ਇਲਾਜ ਕਰਾਵਾਂਗੇ। ਲੇਕਿਨ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਘਰਾਂ 'ਚ ਰਹੋ ਤੇ ਮਾਸਕ ਲਾ ਕੇ ਰੱਖੋ। ਆ ਕਈ ਵਾਰੀ ਮੈਨੂੰ ਕਹਿ ਦਿੰਦੇ ਬੜਾ ਡਰਦਾ ਹੈ, ਸਿਆਣੇ ਕਹਿੰਦੇ ਡਰ ਦੇ ਅੱਗੇ ਜਿੱਤ ਹੁੰਦੀ ਹੈ। ਤੇ ਜਿਹੜਾ ਕਈ ਵਾਰੀ ਡਰਦਾ ਨਹੀਂ ਹੁੰਦਾ ਉਹ ਫਿਰ ਉਹਦੇ ਨਾਲ ਅਣਹੋਣੀ ਹੋ ਜਾਂਦੀ ਹੈ। ਖਾਸ ਕਰਕੇ ਮੇਰੀ ਬੇਨਤੀ ਹੈ ਦੁਬਾਰਾ ਫੇਰ, ਜੇ ਕਰੋਨਾ ਦੀ ਲਪੇਟ 'ਚ ਕੋਈ ਆ ਗਿਆ, ਬੇਸ਼ੱਕ ਉਹਨੂੰ ਕੁਛ ਨਾ ਹੋਵੇ,
ਲੇਕਿਨ ਉਹਦੇ ਪਰਿਵਾਰ ਦਾ 30 40 50 ਹਜ਼ਾਰ ਦਾ ਖਰਚਾ ਵੀ ਕਈ ਵਾਰੀ ਪ੍ਰਾਈਵੇਟ ਹਸਪਤਾਲਾਂ 'ਚ ਆ ਜਾਂਦਾ ਹੈ ਤੇ ਨਾਲੇ 15 16 17 ਦਿਨ ਟੀਕੇ ਲਵਾਉਣੇ ਪੈਂਦੇ ਆ। ਇਸ ਤੋਂ ਬਿਹਤਰ ਹੈ ਕਿ ਆਪਦਾ ਕੰਮ ਘਰਾਂ ਦੇ ਵਿੱਚ ਆਪ ਕਰੋ, ਬਾਹਰੋਂ ਕੋਈ ਵਿਅਕਤੀ ਤੁਹਾਡੇ ਘਰ ਵਿੱਚ ਨਾ ਆਵੇ, ਰਿਸ਼ਤੇਦਾਰ ਭੈਣ ਭਰਾ ਨਾ ਆਵੇ, ਕਿਉਂਕਿ ਜਿਹੜੀ ਤੀਜੀ ਲਹਿਰ ਆ ਰਹੀ ਹੈ ਉਹ ਬੱਚਿਆਂ ਵਾਸਤੇ ਬਹੁਤ ਖਤਰਨਾਕ ਹੈ। ਜਿਵੇਂ ਕਿ ਬੁੱਧੀਜੀਵ ਦੱਸਦੇ ਆ, ਡਾਕਟਰ ਕੇ ਗਰਗ ਹੁੰਦੇ ਸੀ, ਉਹ ਵੀ ਚਲੇ ਗਏ। 250 300 ਡਾਕਟਰ ਚਲਾ ਗਿਆ ਜਿਹੜਾ ਕਰੋਨਾ ਦਾ ਇਲਾਜ ਕਰ ਰਿਹਾ ਸੀ, ਜਿਨ੍ਹਾਂ ਕੋਲੇ ਦਵਾਈਆਂ ਸਨ, ਜਿਹੜੇ ਉਹਦਾ ਇਲਾਜ ਕਰ ਸਕਦੇ ਸਨ, ਲੇਕਿਨ ਉਹ ਤੁਹਾਡੀ ਸੇਵਾ ਕਰਦੇ। 250 ਤੋਂ 300 ਡਾਕਟਰ ਵਿਚਾਰਾ ਇਸ ਬਿਮਾਰੀ ਦੀ ਭੇਟ ਚੜ ਗਿਆ ਲੋਕਾਂ ਦਾ ਇਲਾਜ ਕਰਦਾ ਕਰਦਾ। ਸੋ ਮੇਰੀ ਆਪ ਦੇ ਸਨਮੁਖ ਬੇਨਤੀ ਹੈ, ਇਹਦੇ ਨਾਲ ਨਜਿੱਠਿਆ ਜਾ ਸਕਦਾ ਬਿਮਾਰੀ ਨਾਲ, ਲੇਕਿਨ ਜੇ ਆਪਾਂ ਆਪਸ ਵਿੱਚ ਸਿਆਣੇ ਹੋ ਜਾਈਏ, ਭੋਗਾਂ ਤੇ ਵਿਆਹਾਂ ਤੇ ਇਕੱਠ ਕਰਨ ਦੀ ਲੋੜ ਨਹੀਂ ਹੈ, ਪਰ ਚਿੰਤਾ ਵੀ ਨਾ ਕਰੋ। ਕਈ ਵਾਰੀ ਮਨ 'ਚ ਹੁੰਦਾ ਵੀ ਕਿਸੇ ਨੂੰ ਕਰੋਨਾ ਹੋ ਗਿਆ ਤਾਂ ਸਾਡਾ ਇਲਾਜ ਕੌਣ ਕਰੇਗਾ, ਸਾਨੂੰ ਪੁੱਛੂਗਾ ਕੌਣ। ਇਹ ਸਾਡੀ ਜ਼ਿੰਮੇਵਾਰੀ ਹੈ, ਅਸੀਂ ਆਪਦਾ ਫਰਜ਼ ਨਿਭਾਵਾਂਗੇ, ਤੁਸੀਂ ਕੇਵਲ ਇਤਲਾਹ ਦੇਣੀ ਹੈ। ਔਰ ਜਿਹਨੂੰ ਖਾਂਸੀ ਖੰਘ ਜ਼ੁਕਾਮ ਹੈ ਉਹ ਘਰ ਦੇ ਵਿੱਚ ਨਾ ਬੈਠਾ ਰਵੇ, ਟੈਸਟ ਕਰਾਵੇ। ਕਈ ਵਾਰੀ ਡਰਦੇ ਬੰਦੇ ਘਰ 'ਚ ਬੈਠੇ ਰਹਿੰਦੇ ਆ ਤੇ ਘਰ ਦੇ ਬੈਠੇ ਨਾਲ ਫਿਰ ਉਹਦੀ ਬਿਮਾਰੀ ਵੱਧ ਜਾਂਦੀ ਹੈ ਤੇ ਬਿਮਾਰੀ ਵਧਣ ਦੇ ਨਾਲ ਫਿਰ ਉਹਦਾ ਇਲਾਜ ਨਹੀਂ ਕੋਈ ਹੁੰਦਾ, ਫਿਰ ਮੁਸ਼ਕਿਲ ਹੋ ਜਾਂਦਾ। ਜੇ ਬਿਮਾਰੀ ਨੂੰ ਮੌਕੇ ਤੇ ਫੜ ਲਿਆ ਜਾਵੇ, ਉਹਦੀ ਰੋਕਥਾਮ ਹੋ ਜਾਂਦੀ ਹੈ। ਕਈ ਲੋਕ ਘਰਾਂ ਦੇ ਵਿੱਚ ਬੁਖਾਰ ਚੜ੍ਹਦੇ ਨੂੰ 3-3 ਦਿਨ ਹੋ ਗਏ ਘਰਾਂ 'ਚ ਬੈਠੇ ਆ, ਦੱਸਦੇ ਨਹੀਂ ਡਰਦੇ। ਜਿਹਨੂੰ ਪਹਿਲੇ ਦਿਨ ਬੁਖਾਰ ਹੋਇਆ ਉਹ ਪਹਿਲੇ ਦਿਨ ਹੀ ਦੱਸੋ ਭਾਈ, ਤਾਂ ਜੋ ਅਸੀਂ ਉਹਦਾ ਟੈਸਟ ਕਰਾ ਕੇ ਉਹਨੂੰ ਦਵਾਈ ਚਾਲੂ ਕਰੀਏ। ਤੇ 4 ਦਿਨਾਂ ਬਾਅਦ ਦੱਸੋਗੇ ਫਿਰ ਅਣਹੋਣੀ ਹੋ ਸਕਦੀ ਹੈ, ਸਾਡੇ ਵੱਸ ਤੋਂ ਬਾਹਰ ਹੋ ਸਕਦਾ ਹੈ। ਕੋਸ਼ਿਸ਼ ਕਰੋ ਠੰਡੀ ਚੀਜ਼ ਵੀ ਨਾ ਖਾਓ, ਗਰਮ ਪਾਣੀ ਪੀਓ, ਭਾਫ ਲੈ ਲਓ ਤੇ ਕੋਸ਼ਿਸ਼ ਕਰੋ ਅਸੀਂ ਇੱਕ ਦੂਜੇ ਨੂੰ ਮਿਲਣਾ ਨਹੀਂ। ਔਰ ਸਾਇੰਟਿਸਟ ਹੋਰ ਇਹ ਗੱਲ ਵੀ ਦੱਸ ਕੇ ਗਏ ਆ ਕਿ ਜਿਹੜੇ ਇਲਾਕੇ 'ਚ ਜ਼ਿਆਦਾ ਕੇਸ ਹੋ ਜਾਂਦੇ ਆ, ਜਿਵੇਂ ਅਮਰੀਕਾ ਦੇ ਨਿਊਯਾਰਕ 'ਚ ਹੋਏ ਸੀ, ਬੰਬਈ ਹੋ ਗਏ, ਦਿੱਲੀ ਹੋ ਗਏ, ਜਿੱਥੇ ਭੀੜਾ ਇਲਾਕਾ ਉੱਥੇ ਫਿਰ ਕਰੋਨਾ ਹਵਾ 'ਚ ਹੋ ਜਾਂਦਾ, ਹਵਾ 'ਚ। ਕਿਉਂਕਿ ਸਾਡੇ ਮੂੰਹ 'ਚੋਂ ਨਿਕਲੇ ਹੋਏ ਜਿਹੜੇ ਕੀਟਾਣੂ ਹੈ ਉਹ 2 ਘੰਟੇ ਹਵਾ 'ਚ ਰਹਿੰਦੇ, ਉਸ ਤੋਂ ਬਾਅਦ ਜ਼ਮੀਨ ਤੇ ਡਿੱਗਦੇ ਆ। ਤੁਹਾਡੇ ਪਿੰਡ ਦੇ ਵਿੱਚ ਜਿਵੇਂ 170 ਕੇਸ ਹੈ, ਜੇ ਉਹ ਸਾਰੇ ਬਾਹਰ ਫਿਰਦੇ ਰਹਿਣਗੇ ਤਾਂ ਫਿਰ ਭੂੰਦੜ ਦੇ ਆਲੇ ਦੁਆਲੇ ਦੀ ਹਵਾ ਦੇ ਵਿੱਚ ਹੋ ਜਾਊਗਾ ਤੇ ਜੇ ਮਾਸਕ ਨਾ ਲਾਇਆ ਹੋਇਆ ਤਾਂ ਤੁਹਾਡੇ ਮੂੰਹ ਤੇ ਵੀ ਹੋ ਸਕਦਾ। ਸੋ ਮੇਰੀ ਬੇਨਤੀ ਹੈ, ਕਈ ਵਾਰੀ ਬੰਦਾ ਕਹਿੰਦਾ ਕਿ ਐਵੇਂ ਮਾਰੀ ਜਾਂਦੇ ਆ, ਇਹ ਐਵੇਂ ਮਾਰਨ ਵਾਲੀ ਗੱਲ ਨਹੀਂ। ਜਿਆਦਾ ਆਬਾਦੀ 'ਚ ਸੰਘਣੀ 'ਚ ਫਿਰ ਹਵਾ ਦੇ ਵਿੱਚ ਹੋ ਜਾਂਦਾ, ਤੇਰੇ ਮੂੰਹ 'ਚੋਂ ਨਿਕਲਿਆ, ਤੇਰੇ 'ਚ ਹੋਇਆ, ਇਹ ਨਾਲ ਨੁਕਸਾਨ ਹੋ ਜਾਂਦਾ। ਇਹ ਕੰਮ ਚੱਲੀ ਜਾਣੇ, ਇਹ ਨਹੀਂ ਮੁੱਕਣੇ। ਬਹੁਤ ਅਫਸੋਸ ਹੈ ਬਾਈ ਜੀ, ਹੁਣ ਸਾਡੀਆਂ ਮਾਵਾਂ ਭਰਾ ਖਾਸ ਕਰਕੇ ਬਜ਼ੁਰਗ ਨੌਜਵਾਨ ਧਿਆਨ ਰੱਖੋ ਕਿ ਆਪਾਂ ਘਰਾਂ 'ਚ ਰਹਿਣਾ। ਡਾਕਟਰ ਤਾਂ ਇਹ ਕਹਿਣ ਲੱਗ ਪਏ ਵੀ ਘਰਾਂ ਦੇ ਵਿੱਚ ਵੀ ਮਾਸਕ ਲਾ ਕੇ ਰੱਖੋ। ਸੋ ਮੇਰੀ ਬੇਨਤੀ ਹੈ, ਡਰੋ ਨਾ, ਸਿਆਣਪ ਵਰਤੋ, ਸਿਆਣਪ। ਇਹ ਪਨੀਰੀਆਂ ਲੱਗਦੀਆਂ ਰਹਿਣੀਆਂ, ਦਿਹਾੜੀ ਲੱਗਦੀ ਰਹਿਣੀ ਹੈ।
ਜੇ ਜਿਉਂਦੇ ਰਹੇ ਤਾਂ ਹਰ ਚੀਜ਼ ਦਾ ਹੀਲਾ ਹੈ, ਤੇ ਜੇ ਜਿਉਂਦੇ ਨਾ ਰਹੇ ਤਾਂ ਫਿਰ ਕੋਈ ਹੀਲਾ ਨਹੀਂਗਾ। ਹਜੇ ਵੀ ਕੋਈ ਪੱਕੀ ਦਵਾਈ ਨਹੀਂ ਆਈ, ਸਾਰੇ ਤਜਰਬੇ ਕੀਤੇ ਜਾ ਰਹੇ ਆ। ਕਈ ਦਵਾਈਆਂ ਨਾਲ ਬਚ ਜਾਂਦੇ ਆ, ਕਈ ਦਵਾਈਆਂ ਨਾਲ ਚੱਲ ਵਸਦੇ। ਸੋ ਮੇਰੀ ਬੇਨਤੀ ਹੈ, ਕਿਸੇ ਨੂੰ ਕੋਈ ਦਿੱਕਤ ਹੋਵੇ, ਅਸੀਂ ਤੁਹਾਡੇ ਜ਼ਿੰਮੇਵਾਰ ਹਾਂ। ਇਲਾਜ ਦੇ ਇਲਾਜ ਕਰਾਵਾਂਗੇ, ਲੈ ਕੇ ਜਾਵਾਂਗੇ, ਦਵਾਈ ਦਵਾਵਾਂਗੇ, ਲੇਕਿਨ ਇਤਲਾਹ ਦੇਣਾ ਤੁਹਾਡਾ ਫਰਜ਼ ਹੈ। ਇਤਲਾਹ ਦੇਣਾ, ਜੇ ਇਤਲਾਹ ਨਾ ਦਿਓਗੇ ਤਾਂ ਤੁਹਾਡਾ ਇਲਾਜ ਨਹੀਂ ਕਰ ਸਕਦੇ। ਜਿਹਨੂੰ ਮਾੜਾ ਜਿਹਾ ਵੀ ਬੁਖਾਰ ਹੋਇਆ, ਖੰਘ ਹੋਈ ਹੈ, ਮੈਂ ਐਸਡੀਐਮ ਸਾਹਿਬ ਤੇ ਡੀਐਸਪੀ ਸਾਹਿਬ ਤਾਂ ਤੁਹਾਨੂੰ ਇਤਲਾਹ ਕਰਨ ਵਾਸਤੇ ਆਏ ਹਾਂ। ਜੇ ਭੁੰਦਰ ਪਿੰਡ 'ਚ ਨਾ ਹੋਵੇ, ਕਿਉਂਕਿ ਮੇਰਾ ਇਲਾਕਾ ਤਾਂ ਮੈਂ ਵੀ ਘਰੇ ਬੈਠਾ, ਮੈਂ ਆਵਾਂ ਨਾ, ਤੁਸੀਂ ਆਖੋਗੇ ਤੁਸੀਂ ਤੁਰੇ ਫਿਰਦੇ ਹੋ। ਅਸੀਂ ਇਸ ਕਰਕੇ ਤੁਰੇ ਫਿਰਦੇ ਕਿ ਲੋਕ ਇਹ ਨਾ ਆਖਣ ਵੀ ਇਹ ਅੰਦਰ ਬਹਿ ਕੇ ਸਾਨੂੰ ਆਉਣਾ ਪੈਂਦਾ, ਨਹੀਂ ਤਾਂ ਮੈਂ ਇੱਕ ਦਿਨ ਵੀ ਨਾ ਆਵਾਂ, ਇੱਕ ਮਿੰਟ ਵੀ। ਬਿਮਾਰੀ ਏਡੀ ਵੱਡੀ ਹੈ। ਸੋ ਮੇਰੀ ਬੇਨਤੀ ਹੈ, ਜਿਹਨੂੰ ਖੰਘ, ਜ਼ੁਕਾਮ, ਨਜ਼ਲਾ, ਬੁਖਾਰ ਹੈਗਾ, ਉਹ ਤੁਰੰਤ ਇਤਲਾਹ ਦੇਵੇ, ਉਹਦਾ ਇਲਾਜ ਹੈਗਾ। 4-5 ਦਿਨਾਂ ਬਾਅਦ ਇਹਦਾ ਇਲਾਜ ਨਹੀਂਗਾ। ਸੋ ਅਸੀਂ ਇਹ ਕਹਿ ਰਹੇ ਹਾਂ ਵੀ ਘਰਾਂ ਦੇ ਵਿੱਚ ਰਹੋ, ਤੇ ਨਾਲ ਦੀ ਨਾਲ ਜੇ ਕੋਈ ਬੰਦਾ ਬਿਮਾਰ ਹੈ ਉਹ ਟੈਸਟ ਕਰਾਵੇ ਤੇ ਦਵਾਈ ਲਈਏ, ਉਹ ਠੀਕ ਹੋ ਜਾਊਗਾ। ਜੇ 4 ਦਿਨ ਬਿਮਾਰ ਰਿਹਾ ਤੇ ਉਸ ਤੋਂ ਬਾਅਦ ਦਵਾਈ ਲਈ ਤਾਂ ਫਿਰ ਦਵਾਈ ਦਾ ਕੋਈ ਅਸਰ ਹੀ ਨਹੀਂ ਹੋਣਾ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ, ਭਾਈ ਮੈਨੂੰ ਪਤਾ ਹੈ ਘਰਾਂ 'ਚ ਰਹਿਣਾ ਔਖਾ ਹੈ, ਪਰ ਮੇਰੀਆਂ ਮਾਵਾਂ ਭੈਣਾਂ ਤੋਂ ਸਿੱਖੋ, ਵਿਚਾਰੀਆਂ ਸਾਰੀ ਉਮਰ ਘਰਾਂ 'ਚ ਹੀ ਰਹਿੰਦੀਆਂ। ਆ ਮੈਂ ਵੇਖਿਆ ਪਿੰਡਾਂ 'ਚ ਉਸ ਮੋੜ ਤੇ ਮੁੰਡੇ ਜੇ ਖੜੇ ਗੱਲਾਂ ਕਰੀ ਜਾਂਦੇ, ਹਾਂ ਕੋਈ ਕੰਮ ਹੈ, ਦੁੱਧ ਲੈਣ ਜਾਂਦਾ, ਪੱਠੇ ਲੈਣ ਗਿਆ, ਉਹਦਾ ਵੱਖਰੀ ਗੱਲ ਹੈ, ਲੇਕਿਨ ਇਕੱਠੇ ਹੋ ਕੇ ਗੱਲਾਂ ਕਰੋਗੇ, ਇਹ ਕੰਮ ਖਰਾਬ ਕਿਉਂ ਹੋਇਆ? ਮੈਂ ਬਾਬਿਆਂ ਨੂੰ ਕਹਿੰਦਾ ਸੀ, ਉਹ ਤਾਸ਼ ਨਾ ਖੇਡੋ, ਖੁੰਡਾ ਤੇ ਤਾਸ਼ ਨਾ ਖੇਡੋ। ਕਹਿੰਦੇ ਕਰੋਨਾ ਹੈ ਹੀ ਨਹੀਂ, ਐਵੇਂ ਡਰੀ ਜਾਂਦਾ, ਕਰੋਨਾ ਤਾਂ ਹੈ ਹੀ ਨਹੀਂ। ਇਹ ਪਿੰਡਾਂ 'ਚ ਬੰਦਾ ਕਹਿੰਦਾ ਨਹੀਂ ਕਰੋਨਾ ਨਹੀਂ, ਤਾਸ਼ ਖੇਡਦੇ ਆ, ਫਲਾਣਾ ਕਹਿੰਦੇ ਐਵੇਂ ਮਰੀ ਜਾਂਦੇ ਆ, ਗੁਰਦੁਆਰੇ ਦੇ ਬਾਹਰ ਫੱਟੇ ਦੇ ਬੈਠੇ ਆ। ਤੇ ਆਹ ਵੇਖ ਲਓ ਉਹਦਾ ਨਤੀਜਾ ਕਿ 200 ਕੇਸ ਆਪਣੇ ਪਿੰਡ 'ਚ ਤੁਰਿਆ ਫਿਰਦਾ। ਸੋ ਮੇਰੀ ਬੇਨਤੀ ਹੈ, ਸਾਰੇ ਭੁੰਦੜ ਵਾਲਿਆਂ ਨੂੰ ਘਰਾਂ ਦੇ ਵਿੱਚ ਰਹੋ, ਪਰਿਵਾਰ ਦੇ ਵਿੱਚ ਰਹੋ, ਬਚ ਕੇ ਰਹੋ, ਇਹ ਬੜਾ ਜ਼ਰੂਰੀ ਹੈ। ਅੱਜ ਮੈਂ ਐਸਡੀਐਮ ਸਾਹਿਬ, ਡੀਐਸਪੀ ਸਾਹਿਬ, ਸਰਪੰਚ ਸਾਹਿਬ ਆਪਦੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਤੁਹਾਡੀਆਂ ਗਲੀਆਂ 'ਚ ਇਸ ਕਰਕੇ ਫਿਰਦੇ ਆ ਕਿ ਸਾਡੀ ਤੁਹਾਨੂੰ ਸੁਚੇਤ ਕਰਨਾ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਬਣਦਾ ਹੈ। ਇਹ ਬਹੁਤ ਜ਼ਿਆਦਾ ਕੇਸਿਸ ਹੈ, ਜੇ ਕੰਟਰੋਲ ਨਾ ਕੀਤਾ ਤਾਂ ਭਾਈ ਇਹ ਜ਼ਿਆਦਾ ਹੋਰ ਹਾਲਾਤ ਵਿਗੜ ਸਕਦੇ ਆ। ਤੇ ਡਰਦੇ ਰਹਿਣਾ, ਸੁਚੇਤ ਰਹਿਣਾ, ਇਸ ਗੱਲ ਦਾ ਫਿਕਰ ਨਹੀਂ ਕਰਨਾ ਵੀ ਸਾਨੂੰ ਸੰਭਾਲੂਗਾ ਕੌਣ। ਪੰਜਾਬ ਸਰਕਾਰ, ਰਾਜਾ ਵੜਿੰਗ ਤੇ ਪ੍ਰਸ਼ਾਸਨ, ਅਸੀਂ ਤੁਹਾਨੂੰ ਸਾਂਭਣ ਵਾਸਤੇ ਤਿਆਰ ਹੈ। ਕਿਸੇ ਚੀਜ਼ ਦੀ ਲੋੜ ਹੋਏਗੀ, ਅਸੀਂ ਭਾਈ ਹਰ ਚੀਜ਼ ਉਸ ਵਿਅਕਤੀ ਦੇ ਘਰੇ ਉਪਲਬਧ ਕਰਾਵਾਂਗੇ ਜਿਸ ਚੀਜ਼ ਬਿਨਾਂ ਉਹਨਾਂ ਦਾ ਜੀਵਨ ਨਾ ਚੱਲ ਸਕਦਾ ਹੋਵੇ, ਚਾਹੇ ਉਹ ਦਵਾਈ ਹੋਵੇ, ਚਾਹੇ ਉਹ ਰਾਸ਼ਨ ਹੋਵੇ, ਚਾਹੇ ਉਹ ਕੋਈ ਵੀ ਚੀਜ਼ ਹੋਵੇ। ਤੁਸੀਂ ਇਤਲਾਹ ਕਰਨੀ ਆਪਦੇ ਪਿੰਡ ਦੇ ਸਰਪੰਚ ਨੂੰ। ਬਾਕੀ ਸਾਡਾ ਫਰਜ਼ ਹੈ, ਅਸੀਂ ਉਹ ਪੂਰਾ ਕਰਾਂਗੇ, ਪਰ ਤੁਸੀਂ ਆਪਦੇ ਫਰਜ਼ ਜ਼ਰੂਰ ਨਿਭਾਓ। ਘਰਾਂ ਦੇ ਵਿੱਚ ਰਹੋ, ਮੂੰਹ ਢੱਕ ਕੇ ਰਹੋ,
ਮੂੰਹ ਕੱਲਾ ਮੂੰਹ ਨਹੀਂ, ਨੱਕ ਵੀ ਢੱਕਣਾ ਹੈ, ਕਿਉਂਕਿ ਨੱਕ ਅੰਦਰ ਦੀ ਜਦੋਂ ਸਾਹ ਲੈਂਦੇ ਹੈ ਉਦੋਂ ਵੀ ਇਹ ਬਿਮਾਰੀ ਹੋ ਸਕਦੀ ਹੈ। ਸੋ ਮੇਰੀ ਬੇਨਤੀ ਹੈ, ਤੁਸੀਂ ਆਖੋਗੇ ਤੁਸੀਂ ਗਲੀਆਂ 'ਚ ਕਿਵੇਂ ਤੁਰੇ ਫਿਰਦੇ ਹੋ? ਅਸੀਂ ਗਲੀਆਂ 'ਚ ਇਸ ਕਰਕੇ ਆਏ ਹਾਂ ਕਿਉਂਕਿ ਜ਼ਿੰਮੇਵਾਰ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸਾਡਾ ਜੀ ਨਹੀਂ ਕਰਦਾ ਨਾ ਡੀਐਸਪੀ ਸਾਹਿਬ, ਨਾ ਸਰਪੰਚ ਸਾਹਿਬ, ਨਾ ਐਸਡੀਐਮ ਸਾਹਿਬ ਦਾ, ਲੇਕਿਨ ਸਾਡਾ ਫਰਜ਼ ਵੀ ਬਣਦਾ ਹੈ ਵੀ ਜਿੱਥੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਅਗਰ ਉਸ ਪਿੰਡ ਤੇ ਕੋਈ ਉਸ ਇਲਾਕੇ ਤੇ ਆਫਤ ਆਉਂਦੀ ਹੈ ਤੇ ਅਸੀਂ ਉੱਥੇ ਆਪਦੇ ਫਰਜ਼ਾਂ ਦੀ ਪੂਰਤੀ ਕਰੀਏ। ਇਸ ਕਰਕੇ ਅਸੀਂ ਗਲੀਆਂ 'ਚ ਫਿਰਦੇ ਹਾਂ। ਸਾਨੂੰ ਵੀ ਕਈ ਵਾਰੀ ਘਰ ਦੇ ਕਹਿ ਦਿੰਦੇ ਆ ਵੀ ਭਾਈ ਕਿੱਧਰ ਚੱਲੇ ਹੋ, ਜਰਾ ਸੰਭਾਲ ਕੇ, ਕਿਉਂਕਿ ਮੁੜ ਕੇ ਬਾਈ ਕੋਈ ਬਹਿਣ ਵੀ ਨਹੀਂ ਆਉਂਦਾ। ਵੱਡੇ ਵੱਡੇ ਲੋਕ ਜਿਹੜੇ ਮਰ ਗਏ ਉਹਨਾਂ ਨੂੰ ਬੰਦ ਕਰਕੇ ਉਹਨਾਂ ਨੂੰ ਮੂੰਹ ਵੇਖਣਾ ਆਉਂਦੇ ਘਰਦਿਆਂ ਦਾ ਮਿਲਿਆ ਨਹੀਂ। ਮੇਰੇ ਤਾਂ ਆਪੇ ਸੋਹਣਾ ਸਾਹਿਬ ਦੀ ਪਿਛਲੇ 6-7 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਕਰੋਨਾ ਨਾਲ। ਫਿਰ ਮੂੰਹ ਨਹੀਂ ਵੇਖ ਸਕੇ, ਬੰਨ ਕੇ ਲਿਆਂਦਾ ਉਹਨਾਂ ਨੂੰ, ਕੱਪੜੇ ਉੱਤੋਂ ਪੈਕ ਕਰ ਦਿੰਦੇ ਆ, ਸਿੱਧਾ ਸ਼ਮਸ਼ਾਨ ਘਾਟ ਲੈ ਕੇ ਜਾਂਦੇ। ਸੋ ਇਸ ਤੋਂ ਚੰਗਾ ਬਾਅਦ ਚ ਪਛਤਾਇਆ ਕੁਝ ਨਹੀਂ ਬਣਦਾ। ਆਪਾਂ ਸੁਚੇਤ ਰਹੀਏ। ਹਾਂ, ਜੇ ਆਪਾਂ ਸਾਰਾ ਕੁਝ ਹੀਲਾ ਵਸੀਲਾ ਕਰਕੇ ਵੀ ਕੋਈ ਬਿਮਾਰੀ ਹੋ ਜਾਂਦੀ ਹੈ ਫਿਰ ਤਾਂ ਮਹਾਰਾਜ ਦੇ ਵੱਸ ਹੈ। ਪਰ ਇਹ ਨਾ ਕਹੀਏ ਵੀ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ ਹੀ ਕੰਮ ਖਰਾਬ ਕਰ ਦਿੰਦਾ ਹੈ। ਅੱਜ ਕੱਲ ਇੱਕ ਹੋਰ ਨਵੀਂ ਬਿਮਾਰੀ ਕਈ ਵਾਰੀ ਫਿਰ ਇਹ ਦਵਾਈਆਂ ਸਖਤ ਦੇਣ ਨਾਲ ਹੋਰ ਬਿਮਾਰੀ ਹੋਣ ਲੱਗ ਪਈ ਹੈ। ਉਹਨੂੰ ਬਲੈਕ ਫੰਗਸ ਕਹਿੰਦੇ ਆ, ਪੰਜਾਬੀ ਚ ਕਾਲੀ ਉੱਲੀ। ਆ ਮੈਨੂੰ ਕੋਟ ਭਾਈ ਦੇ ਕਈ ਕੇਸ ਆਏ ਹੈ। ਰਾਜੂ ਕੋਟ ਭਾਈ ਕੱਲ ਦੱਸਦਾ ਸੀ, ਉਹ ਜਿਹਨੂੰ ਹੋ ਜਾਂਦੀ ਅੱਖ ਕੱਢਣੀ ਪੈਂਦੀ ਹੈ, ਜਵਾੜਾ ਕੱਢਣਾ ਪੈਂਦਾ। ਸੋ ਅਸੀਂ ਵਾਤਾਵਰਨ ਦੂਸ਼ਿਤ ਕਰ ਚੁੱਕੇ ਹਾਂ। ਹਰ ਬੰਦੇ ਨੇ ਦਰਖਤ ਵੱਢਤਾ ਆਪਦੇ ਘਰਾਂ ਚੋਂ, ਜ਼ਮੀਨ ਚੋਂ, ਕਿਉਂਕਿ ਦਰਖਤ ਰੱਖਣ ਨਾਲ ਛਾਂ ਪੈਂਦੀ ਹੈ ਤੇ ਫਸਲ ਖਰਾਬ ਹੁੰਦੀ ਹੈ। ਲੇਕਿਨ ਅਸੀਂ ਸਾਰਿਆਂ ਨੇ ਇਹ ਨਹੀਂ ਸੋਚਿਆ ਵੀ ਫਸਲ ਤਾਂ ਖਰਾਬ ਹੋ ਜੂ ਤਾਂ ਹੋ ਜੂ, ਦੁਨੀਆ ਖਰਾਬ ਹੋ ਜੂ। ਅੱਜ ਆਕਸੀਜਨ ਤੋਂ ਕਮੀ ਹੋ ਗਈ, ਆਕਸੀਜਨ ਦੀ ਸਾਹ ਲੈਣਾ ਮੁਸ਼ਕਿਲ ਹੋ ਗਿਆ। ਗੁਰਦੁਆਰੇ ਤਾਂ ਸਾਰੇ ਜਾਂਦੇ ਆ, ਪਰ ਗੁਰਦੁਆਰੇ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਪਵਨ ਗੁਰੂ ਤੇ ਪਾਣੀ ਪਿਤਾ। ਪਵਨ ਹਵਾ ਨੂੰ ਗੁਰੂ ਕਿਹਾ ਗਿਆ ਤੇ ਪਾਣੀ ਨੂੰ ਪਿਤਾ ਕਿਹਾ ਗਿਆ। ਉਹ ਸਾਰਾ ਦੂਸ਼ਿਤ ਕਰਤਾ ਅਸੀਂ ਕੋਠੀਆਂ ਦੇ ਚੱਕਰਾਂ 'ਚ ਤੇ ਪੈਸਿਆਂ ਦੇ ਚੱਕਰਾਂ 'ਚ। ਉਹਦੇ ਵਿੱਚ ਕਸੂਰਵਾਰ ਮੈਂ ਵੀ ਹੈ, ਸਾਰਾ ਪੰਜਾਬ ਕਸੂਰਵਾਰ ਹੈ, ਸਾਰਾ ਦੇਸ਼ ਕਸੂਰਵਾਰ ਹੈ। ਸੋ ਕੀ ਹਾਲ ਹੈ ਬਲਦੇਵ ਜੀ? ਘਰੇ ਰਹਿਣੇ। ਸੋ ਮੇਰੀ ਬੇਨਤੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਸ਼ਾਇਦ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੁਚੇਤ ਕੀਤਾ ਵੀ ਬਾਈ ਬਚ ਜਾਓ, ਆਉਣ ਵਾਲਾ ਸਮਾਂ ਪਤਾ ਨਹੀਂ ਹੋਰ ਕਿੰਨਾ ਭਿਆਨਕ ਹੋ ਸਕਦਾ ਹੈ। ਸੋ ਮੇਰੀ ਬੇਨਤੀ ਹੈ, ਘਰਾਂ 'ਚ ਰਹੋ, ਮੂੰਹ ਬੰਨ ਕੇ ਰੱਖੋ, ਕਿਸੇ ਦੇ ਨੇੜੇ ਨਾ ਜਾਓ। ਡਾਕਟਰ ਸਾਹਿਬ ਦਾ ਤਾਂ ਚਲਾਨ ਕੱਟੋ, ਜਦੋਂ ਮਾਸਕ ਗਲੇ 'ਚ ਪਾਇਆ ਤੇ ਮੂੰਹ ਤੇ ਨਹੀਂ ਲਾਇਆ, ਇਹ ਵਿਖਾਵੇ ਵਾਸਤੇ ਥੋੜੀ ਪਾਇਆ। ਸੋ ਮੇਰੀ ਬੇਨਤੀ ਹੈ ਕਿ ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ। ਮੈਂ ਐਸਡੀਐਮ ਸਾਹਿਬ ਤੇ ਪ੍ਰਸ਼ਾਸਨ, ਜਿਸ ਚੀਜ਼ ਦੀ ਵੀ ਜ਼ਰੂਰਤ ਹੋਏਗੀ, ਸਰਪੰਚ ਸੁਖਦੇਵ ਜੀ, ਸਤਿ ਸ਼੍ਰੀ ਅਕਾਲ ਮਾਤਾ ਜੀ, ਅਸੀਂ ਤੁਹਾਨੂੰ ਮੁਹੱਈਆ ਕਰਾਵਾਂਗੇ। ਲੇਕਿਨ ਮੇਰੀ ਬੇਨਤੀ ਹੈ, ਪਿੰਡ ਵਾਲਿਆਂ ਨੂੰ ਲਿਖੋ ਆਪਦੇ ਘਰਾਂ ਦੇ ਵਿੱਚ ਰਹਿਣ ਤੇ ਘਰ ਦੇ ਵਿੱਚ ਵੀ ਇੱਕ ਦੂਜੇ ਤੋਂ ਦੂਰ ਰਹਿਣ। ਡਾਕਟਰਾਂ ਨੇ ਤਾਂ ਇਹ ਵੀ ਲਿਖਿਆ ਕਿ ਤੁਸੀਂ ਆਪਦੇ ਬੱਚਿਆਂ ਨੂੰ ਕਈ ਵਾਰੀ ਪਿਆਰ ਕਰਦੇ ਹੋ, ਜੱਫੀ ਪਾਉਣੇ ਹੋ,
ਉਹਨੂੰ ਨੇੜੇ ਸੱਦ ਕੇ ਪਿਆਰ ਦਿੰਦੇ, ਇਹ ਵੀ ਦੇਣਾ ਇਹ ਬੰਦ ਕਰ ਦਿਓ ਥੋੜਾ ਚਿਰ ਵਾਸਤੇ, ਜਿੰਨਾ ਚਿਰ ਬਿਮਾਰੀ ਹੈ। ਸਤਿ ਸ਼੍ਰੀ ਅਕਾਲ ਬਾਈ। ਹੋ ਸਕਦਾ ਤੁਹਾਨੂੰ ਉਹ ਬਿਮਾਰੀ ਹੋਵੇ, ਜਦੋਂ ਤੁਸੀਂ ਬੱਚੇ ਦੇ ਨੇੜੇ ਜਾਓ ਤਾਂ ਉਹਨੂੰ ਵੀ ਹੋ ਜਾਏ। ਇਦੋਂ ਚੰਗਾ 7-8 ਫੁੱਟ ਦੀ ਦੂਰੀ ਬਣਾ ਕੇ ਰੱਖੋ, ਘਰਾਂ ਦੇ ਵਿੱਚ ਵੀ ਦੂਰੀ ਬਣਾ ਕੇ ਰੱਖੋ ਇੱਕ ਦੂਜੇ ਤੋਂ। ਸੋ ਇਹ ਜ਼ਰੂਰੀ ਸੂਚਨਾਵਾਂ ਹਨ। ਹਜੇ ਕਰੋਨਾ ਗਿਆ ਨਹੀਂ ਤੇ ਸਾਇੰਟਿਸਟ ਕਹਿੰਦੇ ਆ ਕਿ ਕਰੋਨਾ ਹੋਰ ਜ਼ਿਆਦਾ ਵੱਧ ਸਕਦਾ ਹੈ। ਸਾਰੀ ਦੁਨੀਆ ਨੇ ਭਾਰਤ ਦੇ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਹੈ। ਸੋ ਮੈਂ ਆਪਦਾ ਫਰਜ਼ ਸਮਝਦੇ ਹੋਏ ਤੁਹਾਨੂੰ ਸੁਚੇਤ ਕਰਨ ਵਾਸਤੇ ਆਏ ਹਾਂ। ਹਾਲੇ ਤੱਕ ਗਿੱਦੜਬਾਹ ਦੀ ਜ਼ਿੰਮੇਵਾਰੀ ਮੈਂ ਲੈਣਾ ਕਿ ਸਾਡੀ ਸਥਿਤੀ ਕੰਟਰੋਲ ਹੈ। ਇੱਥੇ ਆਕਸੀਜਨ ਦੀ ਵੀ ਕੋਈ ਦਿੱਕਤ ਨਹੀਂ। ਆ ਪੁੱਤਰ ਪੁਲਿਸ ਨੂੰ ਵੇਖ ਕੇ ਮਾਫ ਕਰਨਾ ਕਿ ਮੌਤਾਂ 3-4 ਹੋ ਚੁੱਕੀਆਂ। ਹਾਂ, ਜਿਹਦੇ ਘਰ ਦਾ ਜੀ ਚਲਾ ਜਾਂਦਾ ਫਿਰ ਉਹਨੂੰ ਪੁੱਛ ਕੇ ਵੇਖੋ, ਤੇਰੀ ਬਾਡੀ ਵੀ ਇਹੋ ਜਿਹੀ ਆ, ਨਾਲ ਦੀ ਨਾਲ ਹੀ ਬੁਰਕ ਜਾਏਗਾ। ਕੀ ਹਾਲ ਆ ਅਮਨ ਜੀ? ਉਹ ਠੀਕ ਹੋ? ਸੋ ਭਾਈ ਜੀ ਸਾਰੇ ਘਰਾਂ 'ਚ ਰਹੋ ਤੇ ਮਾਸਕ ਲਾ ਕੇ ਰੱਖੋ। ਹਰ ਜੀ ਦੀ ਬੜੀ ਜ਼ਰੂਰਤ ਹੈ, ਬਜ਼ੁਰਗ ਦੀ ਬੜੀ ਜ਼ਰੂਰਤ ਹੈ। ਇਹਨੂੰ ਸਾਈਡ ਤੋਂ ਫੜਿਆ ਕਰੋ, ਉੱਤੋਂ ਨਾ ਫੜਿਆ ਕਰੋ। ਤੁਹਾਡੇ ਹੱਥਾਂ ਤੇ ਜਰਮਸ ਲੱਗੇ ਹੁੰਦੇ ਆ, ਕੰਨੀ ਤੋਂ, ਧਾਗੇ ਤੋਂ, ਵੰਡਣ ਵੇਲੇ। ਘਰਾਂ 'ਚ ਰਹਿਣਾ, ਘਰਾਂ 'ਚ ਬਾਪੂ ਜੀ ਮਾਸਕ ਲਾਉਣਾ। ਰਾਜਾ ਵਿੜੀਆਂ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ, ਤਗੜੇ ਹੋ ਕੇ ਇਸ ਬਿਮਾਰੀ 'ਚ ਤੁਸੀਂ ਪਿੰਡ ਵਾਲਿਆਂ ਦਾ ਆਪਦਾ ਸਾਥ ਦੇਣਾ। ਸੋ ਇਹ ਬੜੀ ਭਿਆਨਕ ਬਿਮਾਰੀ ਹੈ, ਹਰੇ ਗਏ ਨਹੀਂ, ਘਰਾਂ ਦੇ ਵਿੱਚ ਰਹੋ। ਕੀ ਹਾਲ? ਅਸੀਂ ਆਪਦਾ ਫਰਜ਼ ਨਿਭਾਉਂਦੇ ਹੋਏ ਤੁਹਾਨੂੰ ਸੁਚੇਤ ਕਰਨ ਵਾਸਤੇ ਆਏ ਆ। ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਹੋਵੇ ਤਾਂ ਸਰਪੰਚ ਸਾਹਿਬ ਨੂੰ ਦੱਸ ਦਿਓ, ਮੈਨੂੰ ਦੱਸ ਦਿਓ, ਪ੍ਰਸ਼ਾਸਨ ਨੂੰ ਦੱਸ ਦਿਓ, ਐਸਡੀਐਮ ਸਾਹਿਬ ਨਾਲ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਮੈਂ ਪਿਛਲੇ ਦਿਨੀ ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ ਮੀਟਿੰਗ ਵੀ ਕੀਤੀ ਸੀ, ਤੁਸੀਂ ਦੇਖਿਆ ਹੋਵੇ। ਸੋ ਉਹਨਾਂ ਨੇ ਵੀ ਇਹ ਕਿਹਾ ਕਿ ਜਿੰਨਾ ਸੁਚੇਤ ਰਹਿ ਸਕਦੇ ਹੋ ਰਹੋ। ਲੋਕਾਂ ਨੂੰ ਕਹੋ ਘਰਾਂ 'ਚ ਰਹੇ, ਮਾਸਕ ਲਾ ਕੇ ਰੱਖਣ। ਬੇਸ਼ੱਕ ਘਰ ਦੇ ਬਾਹਰ ਖੜੇ ਹੋ, ਇਹਨਾਂ ਦੇ ਘਰ ਦੇ ਜਰਮਸ ਤੁਹਾਡੇ ਕੋਈ ਆ ਸਕਦੇ ਕੀਟਾਣੂ, ਜਿਹਦੇ ਨਾਲ ਨੁਕਸਾਨ ਹੋ ਸਕਦਾ ਹੈ। ਸੋ ਮੇਰੀ ਆਪ ਸਭ ਨੂੰ ਬੇਨਤੀ ਹੈ, ਕਿਰਪਾ ਕਰਕੇ ਸਾਰੇ ਆਪਦਾ ਬਚਾਅ ਰੱਖੋ ਤੇ ਘਰਾਂ ਦੇ ਵਿੱਚ ਰਹੋ, ਕਿਉਂਕਿ ਜੇ ਡਰਦੇ ਰਵਾਂਗੇ ਤਾਂ ਬਚ ਜਾਵਾਂਗੇ। ਸੋ ਘਰਾਂ 'ਚ ਰਹਿਣਾ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਅਸੀਂ ਹਾਜ਼ਰ ਹਾਂ। ਆ ਚਰਨਜੀਤ ਸਿੰਘ ਭੁੰਦੜ ਸਾਹਿਬ ਮੈਨੂੰ ਵੇਖ ਕੇ ਥੱਲੇ ਹੀ ਬਹਿ ਗਏ, ਉੱਠੋ ਮਾੜਾ ਜਿਹਾ ਬਾਹਰ, ਮੇਰਾ ਵੱਡਾ ਭਰਾ ਹੈ। ਸੋ ਸਾਰੇ ਤਗੜੇ ਹੋ ਕੇ, ਸਤਿ ਸ਼੍ਰੀ ਅਕਾਲ ਚਰਨਜੀਤ ਜੀ, ਤਗੜੇ ਹੋ ਘਰੇ, ਠੀਕ ਹੈ। ਸੋ ਸਾਰੇ ਮੇਰੇ ਭਰਾ, ਸਾਰਿਆਂ ਨੂੰ ਮੇਰੀ ਬੇਨਤੀ ਹੈ। ਮਹਿਮਾ ਸਿੰਘ ਜੀ ਸਤਿ ਸ਼੍ਰੀ ਅਕਾਲ। ਤਗੜੇ ਹੋ ਕੇ ਪਹਿਰਾ ਦਿਓ ਤੇ ਘਰਾਂ ਦੇ ਵਿੱਚ ਰਹੋ। ਮੁੱਕਾ ਵੀ ਆ ਜਿਹੜੇ ਮੁੱਕਾ ਬੰਨਦੇ ਹੋ, ਇਹ ਵੀ ਮਹਿਮਾ ਸਿੰਘ ਜੀ ਮਾੜਾ, ਹੁਣ ਮਾਸਕ ਬੰਨੋ, ਕਿਉਂਕਿ ਵਾਰੀ ਆਪਣੇ ਹੱਥ ਮੁੱਕੇ ਦੇ ਲੱਗ ਜਾਂਦੇ ਆ ਤੇ ਕਦੇ ਮੁੱਕਾ ਪੁੱਠਾ ਹੋ ਜਾਂਦਾ, ਕਦੇ ਸਿੱਧਾ ਹੋ ਜਾਂਦਾ ਤੇ ਕੀਟਾਣੂ ਆਪਣੇ ਮੂੰਹ 'ਚ ਚਲੇ ਜਾਂਦੇ ਆ। ਸੋ ਮੇਰੀ ਬੇਨਤੀ ਹੈ, ਮਾਸਕ ਲਾਓ, ਜਿਹਦੇ ਕੋਲ ਹੈ ਨਹੀਂ
ਸਰਪੰਚ ਸਾਹਿਬ ਮਾਸਕ ਸਾਰਿਆਂ ਦੇ ਘਰਾਂ ਦੇ ਵਿੱਚ 5-5 ਦੇ ਕੇ ਆਓ, ਸਾਈਡ ਤੋਂ ਖੜਿਆ ਕਰੋ। ਬਾਕੀ ਹਰ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ, ਪਰ ਤੁਸੀਂ ਦੱਸਣਾ ਹੈ ਮੌਕੇ ਤੇ। ਜੇ ਮੌਕੇ ਤੋਂ ਬਾਅਦ ਦੱਸਿਆ ਤਾਂ ਕੋਈ ਫਾਇਦਾ ਨਹੀਂ। ਜਿਹਨੂੰ ਬੁਖਾਰ ਚੜਦਾ, ਖੰਘ ਹੈ, ਖਾਂਸੀ ਹੈ, ਉਹਨੂੰ ਮੌਕੇ ਤੇ ਦੱਸਣਾ, ਅਸੀਂ ਟੈਸਟ ਕਰਾ ਕੇ ਦਵਾਈ ਦੇਵਾਂਗੇ। ਤੇ ਜੇ ਮੌਕੇ ਤੇ ਅਸੀਂ ਸੰਭਾਲ ਲਿਆ ਕੰਮ ਤਾਂ ਫਿਰ ਬੰਦੇ ਦੀ ਜਾਨ ਨਹੀਂ ਜਾਂਦੀ। ਤੇ ਜਿਹੜਾ 3-4 ਦਿਨ ਘਰੇ ਪਿਆ ਰਿਹਾ ਜਾਂ ਉਹਨੇ ਨਾ ਦੱਸਿਆ ਤਾਂ ਉਹਦੇ ਘਰੇ ਅਣਹੋਣੀ ਹੋ ਸਕਦੀ ਹੈ। ਕਈ ਬੰਦੇ ਛੱਡਦੇ ਦੱਸਦੇ ਨਹੀਂ ਕੀ ਆਇਆ ਬੜੀ ਵਾਇਰਸ ਉਹ ਤਗੜਾ। ਸੋ ਇਹ ਧਿਆਨ ਰੱਖਣਾ, ਖਾਸ ਕਰਕੇ ਜਿਹੜੇ ਸ਼ੂਗਰ ਦੇ ਮਰੀਜ਼ ਹੈ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ, ਉਹ ਤਾਂ ਆਪਦੇ ਕਮਰੇ ਚੋਂ ਬਾਹਰ ਨਾ ਆਉਣ। ਉਹ ਆਪਦੇ ਕਮਰੇ ਚੋਂ ਬਾਹਰ ਨਾ ਆਉਣ। ਸੋ ਮੇਰੀ ਆਪਦੇ ਸਨਮੁਖ ਬੇਨਤੀ ਹੈ ਕਿ ਬੜੀ ਭਿਅੰਕਰ ਬਿਮਾਰੀ ਹੈ, ਇਸ ਬਿਮਾਰੀ ਤੋਂ ਬਚ ਕੇ ਰਹਿਣਾ, ਸੁਚੇਤ ਰਹਿਣਾ। ਜਿਹੜਾ ਬੰਦਾ ਬਚ ਗਿਆ, ਧਿਆਨ ਰੱਖਿਆ, ਉਹ ਭਾਈ ਬਚ ਜਾਏਗਾ। ਹੁਣ ਮੈਂ ਘਰੇ ਜਾਊਂਗਾ ਆਪੇ, ਤੇ ਜਾ ਕੇ ਘਰੇ ਜਾਣ ਤੋਂ ਪਹਿਲਾਂ ਕੱਪੜੇ ਲੀੜੇ ਬਾਹਰ ਲਾ ਕੇ ਜਾਊਂਗਾ ਤੇ ਨਹਾਵਾਂਗੇ, ਫੇਰ ਘਰ ਦੇ ਅੰਦਰ ਜਾਵਾਂਗੇ, ਤਾਂ ਜੋ ਕੱਪੜੇ ਤੇ ਵੀ ਕੀਟਾਣੂ ਹੋ ਸਕਦੇ ਆ। ਸੋ ਕਈ ਡਰਦੇ ਨਹੀਂ, ਮੈਂ ਇੱਥੋਂ ਵੀ ਲੰਘਿਆ ਤੜਕਿਆ, ਸਾਰੇ ਮੇਰੇ ਬੇਲੀ ਹੈ, ਇੱਥੇ ਬੈਠੇ ਗੱਲਾਂ ਕਰੀ ਯਾਰ, ਪਤੰਦਰੋਂ ਘਰੇ ਕਰ ਲੋ। ਮੇਰੇ ਭਰਾਓ, ਮੈਨੂੰ ਥੋੜੀ ਲੋੜ ਹੈ, ਤੁਹਾਡੇ ਬਿਨਾ ਮੇਰਾ ਕੰਮ ਨਹੀਂ ਚੱਲਣਾ। ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਘਰਾਂ ਦੇ ਵਿੱਚ ਰਹੋ। ਆ ਮੈਨੂੰ ਪਤਾ ਜਿਹੜੇ ਹਸਪਤਾਲਾਂ 'ਚ ਦਾਖਲ ਹੈ, ਰੋਜ਼ਾਨਾ ਸਾਡੀ ਟੀਮ ਤੇ ਅਸੀਂ ਇਸ ਕੰਮ 'ਚ ਕਮਲੇ ਹੋਏ ਹੋਏ ਹਾਂ। ਬੇਬੇ ਕੀ ਹਾਲ ਹੈ? ਕੋਈ ਕਹਿੰਦਾ ਮੰਜਾ ਦਵਾ ਦੇ, ਕੋਈ ਕਹਿੰਦਾ ਟੀਕਾ ਦਵਾ ਦੇ, ਕੋਈ ਕਹਿੰਦਾ ਆਕਸੀਜਨ ਦਵਾ ਦੇ। ਸੋ ਮੇਰੀ ਬੇਨਤੀ ਹੈ, ਜੇ ਘਰਾਂ 'ਚ ਰਹੋਗੇ ਤਾਂ ਹਸਪਤਾਲ ਜਾਣ ਦੀ ਨੌਬਤ ਨਹੀਂ ਆਏਗੀ ਤੇ ਤੁਹਾਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਪਏਗੀ। ਸੋ ਮੇਰੀ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਦੇ ਘਰਾਂ ਵਿੱਚ ਰਹੋ। ਬਾਕੀ ਸਾਨੂੰ ਤੁਹਾਡੇ ਨਾਲੋਂ ਵੀ ਵੱਧ ਫਿਕਰ ਹੈ, ਕਿਉਂਕਿ ਕੱਲ ਨੂੰ ਲੋਕ ਕਹਿਣਗੇ ਕਿ ਇਹਨਾਂ ਨੇ ਸੰਭਾਲਿਆ ਨਹੀਂ, ਐਸਡੀਐਮ ਦਾ ਨਹੀਂ ਸੰਭਾਲਿਆ, ਡੀਐਸਪੀ ਨੇ ਕੁਝ ਨਹੀਂ ਕੀਤਾ, ਸਰਪੰਚ ਨੇ ਕੁਝ ਨਹੀਂ ਕੀਤਾ। ਤੇ ਜੇ ਅਸੀਂ ਸੰਭਾਲ ਲਿਆ, ਤੁਸੀਂ ਕਹੋਗੇ ਵੀ ਇਹ ਚੰਗਾ ਵਧੀਆ ਇਹਨਾਂ ਨੇ ਬਚਾ ਲਏ। ਆ ਤੁਹਾਡੀ ਸਿਆਣਪ ਨਾਲ ਬਚਣਾ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਸ਼ਾਮ ਨੂੰ 2:30 ਵਜੇ ਫੇਰ ਮੈਂ ਤੇ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਆਵਾਂਗੇ ਹੋਰ ਕੱਲੀਆਂ ਚੀਜ਼ਾਂ ਦਾ ਜਾਇਜ਼ਾ ਲੈਣ ਵਾਸਤੇ ਵੀ ਕੀ ਕੀ ਜ਼ਰੂਰਤ ਹੈ ਪਿੰਡ ਦੇ ਵਿੱਚ, ਸਕੂਲ ਦੇ ਵਿੱਚ, ਕੀ ਸਾਨੂੰ ਕੋਈ ਹੋਰ ਡਾਕਟਰ ਜਾਂ ਹੋਰ ਕੋਈ ਐਮਰਜੈਂਸੀ ਇੰਤਜ਼ਾਮ ਕਰਨ ਦੀ ਲੋੜ ਹੈ ਕਿ ਨਹੀਂ ਲੋੜ, ਇਹਦੇ ਬਾਰੇ ਵਿਚਾਰ ਵਟਾਂਦਰਾ ਸ਼ਾਮ ਨੂੰ ਕਰਾਂਗੇ। ਪਰ ਤੁਸੀਂ ਤਕੜੇ ਹੋ ਕੇ ਸਾਡਾ ਸਾਥ ਦੇਣਾ। ਹਰ ਚੀਜ਼ ਜਿਹੜੀ ਕਿਸੇ ਦੇ ਘਰੇ ਜ਼ਰੂਰਤ ਹੋਈ, ਬੇਸ਼ੱਕ ਦਵਾਈ ਦੀ ਤੇ ਬੇਸ਼ੱਕ ਰਾਸ਼ਨ ਦੀ, ਐਵੇਂ ਤਾਂ ਨਹੀਂ ਭਰਾਵੋ ਸਾਰਿਆਂ ਨੂੰ ਦੇ ਸਕਦੇ, ਪਰ ਜਿਹਦੇ ਘਰੇ ਲੋੜ ਹੋਈ ਰਾਸ਼ਨ ਦੀ, ਸਾਨੂੰ ਪਤਾ ਲੱਗਿਆ ਵੀ ਆਹ ਪਰਿਵਾਰ ਕੋਲੇ ਹੈ ਨਹੀਂ, ਉਹਨੂੰ ਜਿੱਥੋਂ ਮਰਜ਼ੀ ਲਿਆ ਕੇ ਦੇਈਏ, ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਐਂਬੂਲੈਂਸ ਦੀ, ਦਵਾਈ ਦੀ, ਤੁਹਾਨੂੰ ਹਸਪਤਾਲ ਲੈ ਕੇ ਜਾਣ ਦੀ, ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਪਰ ਤੁਸੀਂ ਸਾਡਾ ਇੱਕ ਹੀ ਗੱਲ ਦਾ ਸਾਥ ਦੇਣਾ ਹੈ
ਕਿ ਘਰਾਂ ਦੇ ਵਿੱਚ ਰਹਿਣਾ, ਘਰਾਂ ਦੇ ਵਿੱਚ ਸਾਡਾ ਜੀ ਨਹੀਂ ਕਰਦਾ ਵੀ ਅਸੀਂ ਗਲੀ ਗਲੀ ਘੁੰਮਦੇ ਰਹੀਏ। ਸਾਡਾ ਤਾਂ ਜੀ ਕਰਦਾ ਵੀ ਘਰੋਂ ਬਾਹਰ ਨਾ ਨਿਕਲੀਏ। ਪਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅੱਜ ਅਸੀਂ, ਮੈਂ ਡੀਐਸਪੀ ਐਸਐਚਓ ਸਾਹਿਬ ਤੇ ਐਸਡੀਐਮ ਸਾਹਿਬ ਤੁਹਾਡੇ ਵਿਚਕਾਰ ਆਏ ਹਾਂ ਤੇ ਬੇਨਤੀ ਹੈ ਘਰਾਂ ਦੇ ਵਿੱਚ ਰਹੋ, ਬਾਹਰ ਰਹੋ ਤੇ ਮਾਸਕ ਲਾ ਕੇ ਰੱਖੋ, ਮਾਸਕ ਲਾ ਕੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਹੁਣ 2:30 ਵਜੇ ਤੁਹਾਡੇ ਪਿੰਡ ਆਵਾਂਗੇ। ਮੈਂ ਤੇ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਤੇ ਸਾਰਾ ਪ੍ਰਸ਼ਾਸਨ ਤੇ ਸਰਪੰਚ ਸਾਹਿਬ, ਕੋਈ ਦਿੱਕਤ ਹੋਵੇ ਤੁਸੀਂ ਆਪਣੀਆਂ ਲਿਖ ਲਓ। ਉਦੋਂ ਮੌਕੇ ਤੇ ਜਿਹੜੀ ਚੀਜ਼ ਦੀ ਵੀ ਲੋੜ ਹੈ ਸਾਨੂੰ ਲਿਖਾਇਓ ਤੇ ਅਸੀਂ ਪੂਰੀਆਂ ਕਰਕੇ ਜਾਵਾਂਗੇ। ਹਜੇ ਤੱਕ ਸਥਿਤੀ ਕੰਟਰੋਲ 'ਚ ਹੈ। ਗਿੱਦੜਵਾ ਹਸਪਤਾਲ ਆਪਾਂ 50 ਪਿੰਡਾਂ ਦਾ ਹਸਪਤਾਲ ਬਣਾ ਲਿਆ, ਜਿੱਥੇ ਹਜੇ 30-32 ਲੱਗੇ ਹੈ। ਪਰਮਾਤਮਾ ਲੋੜ ਨਾ ਪਾਵੇ ਤੇ ਫੇਰ ਹੀ ਸਾਹਿਬ ਵੀ 50 ਬੈੱਡ ਦਾ ਉਹ ਵੀ ਚਲਾਤਾ। ਉੱਥੋਂ ਵਾਸਤੇ ਆਕਸੀਜਨ ਦੇ ਨਵੇਂ ਉਪਰਾਲੇ ਕਰ ਲਏ ਪੱਕੇ ਤੌਰ ਤੇ। ਗਿੱਦੜਵਾ ਹਸਪਤਾਲ ਤੇ ਖੇੜੀ ਹਸਪਤਾਲ ਨੂੰ 50 ਬੈੱਡਾਂ ਨੂੰ ਨਿਰੰਤਰ ਆਕਸੀਜਨ ਉੱਥੇ ਹੀ ਦਿੰਦੇ ਰਵਾਂਗੇ। ਕੱਲ ਪਰਸੋਂ ਅਸੀਂ ਉੱਥੇ ਨਵਾਂ ਜਿਹੜਾ ਇੰਸਟਾਲ ਕਰ ਦਿਆਂਗੇ, ਸਾਡਾ ਜਿਹੜਾ ਪ੍ਰੋਜੈਕਟ ਹੈ ਆਕਸੀਜਨ ਦਾ। ਸੋ ਕਿਸੇ ਨੂੰ ਇਹ ਦਿੱਕਤ ਨਹੀਂ ਆਉਣ ਦਿਆਂਗੇ ਕਿ ਆਕਸੀਜਨ ਨਹੀਂ ਮਿਲਦੀ, ਦਵਾਈ ਨਹੀਂ ਮਿਲਦੀ। ਲੇਕਿਨ ਤੁਸੀਂ ਸਾਥ ਦਿਓ ਤੇ ਸੁਚੇਤ ਕਰਨਾ ਹੈ। ਜੇ ਬੰਦਾ ਹੀ 5000 ਹੋ ਗਿਆ ਤਾਂ ਫਿਰ ਸਾਰੀਆਂ ਚੀਜ਼ਾਂ ਦੀ ਕਮੀ ਆ ਜਾਊਗੀ। ਤੇ ਜੇ ਇਲਾਕਿਆਂ ਦੇ ਵਿੱਚ ਇਵੇਂ ਕੰਟਰੋਲ ਰਿਹਾ, ਜਿਵੇਂ 700-750 ਸੈਂਪਲ ਚੋਂ 200 ਪੌਣੇ 200 ਬੰਦਾ ਆਇਆ ਤੇ ਕੱਲ 200 ਬੰਦਾ ਦਾ ਟੈਸਟ ਹੋਇਆ, ਭੁੰਗਰ 'ਚ 8 ਬੰਦੇ ਆਏ ਆ। ਉਹ ਇਸ ਕਰਕੇ ਹੱਥ ਆਏ ਵੀ ਤੁਹਾਨੂੰ ਘਰਾਂ 'ਚ ਮਾਰਿਆ ਗਿਆ, ਤੁਸੀਂ ਘਰਾਂ 'ਚ ਬੈਠੇ ਹੋ ਤੇ ਜੇ ਘਰਾਂ ਤੋਂ ਬਾਹਰ ਆਉਂਦੇ ਤੇ 250 ਫੇਰ ਆਊਗਾ। ਹਸਪਤਾਲ ਤੋਂ ਜਾਣ ਤੋਂ ਚੰਗਾ ਕਿ ਆਪਦੇ ਘਰਾਂ 'ਚ ਬੈਠੋ। ਸੋ ਇਹਨਾਂ ਗੱਲਾਂ ਤੇ ਗੌਰ ਫਰਮਾਇਓ। ਬਾਕੀ ਸੁਚੇਤ ਰਹਿਣ ਦੀ ਲੋੜ ਹੈ, ਅਸੀਂ ਤੁਹਾਡੇ ਨਾਲ ਹੈ। ਸਾਡੇ ਵੀ ਨਿੱਕੇ ਨਿੱਕੇ ਨਿਆਣੇ ਹੈ। ਆ ਕੱਲ ਐਮਪੀ ਮਰ ਗਿਆ, ਮੇਰਾ ਯਾਰ ਸੀਗਾ ਰਜੀਵ ਸਾਤਾ, 46 ਸਾਲ ਉਮਰ ਸੀ। ਉਹਦੇ ਵੀ ਨਿੱਕੇ ਨਿੱਕੇ ਜਵਾਕ ਹੈ। ਸਾਡਾ ਦਿਲ ਨਹੀਂ ਕਰਦਾ ਪਰ ਸਾਡੀ ਜ਼ਿੰਮੇਵਾਰੀ ਬਣਦੀ ਹੈ। ਮੈਂ ਕਿਸੇ ਪਿੰਡ 'ਚ ਨਹੀਂ ਜਾ ਰਿਹਾ। ਭੋਗਾਂ ਦੇ ਵਿਆਹਾਂ ਤੇ ਮਨਾ ਕੀਤਾ ਹੋਇਆ, ਭਰਾਵੋ ਮਾਫ ਕਰਿਓ। ਪਰ ਜਦੋਂ ਇੱਥੇ 150-200 ਕੇਸ ਆ ਗਿਆ, ਮੇਰਾ ਫਰਜ਼ ਬਣਦਾ ਕਿ ਮੈਂ ਪਿੰਡ 'ਚ ਆਵਾਂ, ਸੁਚੇਤ ਕਰਾਂ, ਕੋਈ ਚੀਜ਼ ਚਾਹੀਦੀ ਹੈ ਦਵਾਵਾਂ। ਸੋ ਇਸ ਕਰਕੇ ਤੁਹਾਡੇ ਦਰਮਿਆਨ ਆਏ ਹੈ। ਕਿਰਪਾ ਕਰਕੇ ਮੂਕਾ ਨਾ ਬੰਨਿਆ ਕਰੋ। ਆ ਬਾਈ ਜੀ ਨੇ ਮਾਸਕ ਲਾਇਆ, ਇਵੇਂ ਮਾਸਕ ਲਾ ਕੇ ਰੱਖੋ। ਮੂਕਾ ਲਾਉਣੇ ਹੋ ਫੇਰ ਲਾ ਲੈਂਦੇ ਹੋ, ਮੂਕਾ ਲਾਉਣੇ ਹੋ ਫੇਰ ਲਾ ਲੈਂਦੇ ਹੋ। ਕਦੇ ਇੱਧਰ ਹੋ ਜਾਂਦਾ, ਕਦੇ ਇੱਧਰ। ਉੱਤੇ ਕਟਾਰੂ ਲੱਗੇ ਹੁੰਦੇ। ਸੋ ਜਿੰਨਾ ਧਿਆਨ ਰੱਖੋਗੇ ਬਚ ਕੇ ਰਹੋਗੇ। ਹਜੇ ਤੀਜੀ ਲਹਿਰ ਆਉਣੀ ਹੈ ਤੇ ਖਾਸ ਕਰਕੇ ਬਜ਼ੁਰਗ ਬਚ ਰਿਹਾ ਤੇ ਨੌਜਵਾਨ ਜਾ ਰਹੇ ਹੈ। ਮੌਤਾਂ ਹੋ ਰਹੀਆਂ 32 ਸਾਲ ਦੇ ਮੁੰਡੇ ਦੀਆਂ, 28 ਸਾਲ ਦੇ ਮੁੰਡੇ ਦੀਆਂ, 42 ਸਾਲ ਦੇ ਮੁੰਡੇ ਦੀਆਂ। ਕਈ ਮੁੰਡੇ ਦੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਯਾਰ, ਐਵੇਂ ਮਾਰੀ ਜਾਂਦੇ ਆ। ਤੇ ਉਹਨਾਂ ਦੇ ਘਰਾਂ 'ਚ ਪੁੱਛ ਕੇ ਦੇਖੋ ਜਿਹਨਾਂ ਦਾ ਮੁੰਡਾ ਚਲਾ ਗਿਆ ਉਹਦੇ ਬਾਪ ਦਾ ਕੀ ਹਾਲ ਹੈ। ਸੋ ਘਰਾਂ 'ਚ ਰਹੋ, ਬਿਨਾਂ ਕੰਮ ਤੋਂ ਬਾਹਰ ਨਾ ਆਓ। ਬਾਈ ਜੀ ਜੇ ਕੰਮ ਵੀ ਹੈ ਤਾਂ ਸਿੱਧਾ ਜਾਓ ਤੇ ਸਿੱਧਾ ਘਰੇ ਆਓ। ਤੁਹਾਡਾ ਸਾਰਿਆਂ ਦਾ ਧੰਨਵਾਦ ਤੇ 2:30 ਵਜੇ ਫੇਰ ਮਿਲਦੇ ਆ ਤੁਹਾਨੂੰ। ਡੀਸੀ ਸਾਹਿਬ ਨੂੰ ਲੈ ਕੇ ਆਉਂਗਾ, ਸਾਰੇ ਮੀਟਿੰਗ ਕਰਨੀ ਹੈ ਐਸਡੀਐਮ ਸਾਹਿਬ ਤੇ ਫੇਰ ਤੁਹਾਨੂੰ ਨਾਲ ਦੁਆਰੇ ਮੁਲਾਕਾਤ ਕਰਦੇ ਹਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਨਿਆਮਤਾਂ ਬਖਸ਼ੇ, ਖੁਸ਼ੀਆਂ ਬਖਸ਼ੇ ਤੇ ਜਲਦੀ ਅਸੀਂ ਕਰੋਨਾ ਤੇ ਜਿੱਤ ਪਾ ਲਈਏ। ਇਹ ਬਾਬਾ ਭੁੰਦੜ ਸਾਹਿਬ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਤੁਹਾਡੇ ਚਰਨਾਂ ਵਿੱਚ। ਇਹ ਤਾਂ ਸ਼ਕਤੀ ਵਾਲੀ ਧਰਤੀ ਹੈ, ਇਸੇ ਕਰਕੇ ਤੁਹਾਡੀ ਕਿਰਪਾ ਹੈ। ਨਹੀਂ ਤਾਂ 200 ਕੇਸ ਆ ਜਾਂਦਾ ਤਾਂ ਹਨੇਰੀ ਮੱਚ ਜਾਂਦੀ। ਇੱਥੇ ਪਰਮਾਤਮਾ ਦੀ ਕਿਰਪਾ ਵੀ ਹੈ। ਸੋ ਧਿਆਨ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।